हेलो फ्रेंड्स, दिस इज़ हरविंदर सिंह एंड वेलकम टू यूट्यूब चैनल सपोर्ट फॉर एजुकेशन। तो इस वीडियो ਵਿੱਚ ਅਸੀਂ ਸੋਲਵ ਕਰਾਂਗੇ मॉडल टेस्ट पेपर 1 CBSE क्लास 12th पंजाबी टर्म 2 ਦਾ। ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ, CBSE ਕਲਾਸ 12th ਦੇ ਬਾਕੀ ਵੀਡੀਓਜ਼ ਅਤੇ CBSE ਕਲਾਸ 12th ਦਾ ਸੈਂਪਲ ਪੇਪਰ ਉਹਨਾਂ ਦੇ ਵੀਡੀਓਜ਼ ਆਲਰੇਡੀ ਬਣਾਏ ਜਾ ਚੁੱਕੇ ਨੇ, ਜਿਨ੍ਹਾਂ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ। ਤੇ ਉਹਨਾਂ ਵੀਡੀਓਜ਼ ਦੇ ਰਾਹੀਂ ਵੀ ਆਪ ਸਾਰੇ ਪੰਜਾਬੀ ਦੇ ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਦੇ ਹੋ। ਆਓ ਹੁਣ ਸ਼ੁਰੂ ਕਰਦੇ ਹਾਂ ਮਾਡਲ ਟੈਸਟ ਪੇਪਰ 1 CBSE ਜਮਾਤ 12ਵੀਂ ਦੇ ਲਈ। ਤੇ ਸਭ ਤੋਂ ਪਹਿਲਾਂ ਅਸੀਂ ਕਾਰ ਵਿਹਾਰ ਦਾ ਪੱਤਰ ਲਿਖਣਾ ਹੈ। ਇਸ ਵਿੱਚ ਸਾਡੇ ਕੋਲ ਦੋ ਆਪਸ਼ਨਸ ਨੇ। ਤੇ ਸਭ ਤੋਂ ਪਹਿਲਾਂ ਤੁਹਾਡੇ ਕਸਬੇ ਵਿੱਚ ਦੋ ਪਹੀਆ ਵਾਹਨਾਂ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ, ਜਿਸ ਦੇ ਚਲਦਿਆਂ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖੋ। ਤੇ ਦੋਸਤੋ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਰ ਵਿਹਾਰ ਦੇ ਪੱਤਰ ਵਿੱਚ ਸਭ ਤੋਂ ਪਹਿਲਾਂ ਸੱਜੇ ਹੱਥ ਵਿੱਚ ਪੱਤਰ ਲਿਖਣ ਵਾਲੇ ਦਾ ਪਤਾ ਆਉਂਦਾ, ਪਰ ਕਿਉਂਕਿ ਅਸੀਂ ਇਹ ਪੱਤਰ ਪ੍ਰੀਖਿਆ ਭਵਨ ਤੋਂ ਲਿਖ ਰਹੇ ਹਾਂ ਤੇ ਸਾਡੇ ਕੁਐਸਚਨ ਵਿੱਚ ਵੀ ਕੋਈ ਪਤਾ ਦਿੱਤਾ ਨਹੀਂ ਗਿਆ, ਤੇ ਅਸੀਂ ਲਿਖਣਾ ਪ੍ਰੀਖਿਆ ਭਵਨ ਡੈਸ਼ 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 ਕੇਂਦਰ ਡੈਸ਼ 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 ਸ਼ਹਿਰ। ਤੇ ਉਸ ਤੋਂ ਬਾਅਦ ਹਵਾਲਾ ਨੰਬਰ, ਕਿਉਂਕਿ ਹਵਾਲਾ ਨੰਬਰ ਕਾਰ ਵਿਹਾਰ ਦੇ ਪੱਤਰ ਵਿੱਚ ਲਿਖਣਾ ਹੁੰਦਾ ਹੈ। ਉਸ ਤੋਂ ਬਾਅਦ ਮਿਤੀ ਤੇ ਖੱਬੇ ਪਾਸੇ ਸੇਵਾ ਵਿਖੇ, ਫਿਰ ਜਿਸ ਨੂੰ ਪੱਤਰ ਲਿਖ ਰਹੇ ਮੁੱਖ ਪ੍ਰਬੰਧਕ ਹੀਰੋ ਮੋਟਰਸ ਨਵੀਂ ਦਿੱਲੀ। ਉਸ ਤੋਂ ਬਾਅਦ ਵਿਸ਼ਾ ਦੋ ਪਹੀਆ ਵਾਹਨਾਂ ਦੀ ਏਜੰਸੀ ਬਾਰੇ। ਉਸ ਤੋਂ ਬਾਅਦ ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ ਦੇ ਸੰਬੰਧ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਬਣੇ ਦੋ ਪਹੀਆ ਵਾਹਨਾਂ ਦੀ ਦਿਨੋਂ ਦਿਨ ਮੰਗ ਵੱਧਦੀ ਜਾ ਰਹੀ ਹੈ, ਜਿਸ ਕਰਕੇ ਮੈਂ ਸੋਚਦਾ ਹਾਂ ਕਿ ਮੇਰੇ ਕਸਬੇ ਵਿੱਚ ਹੀਰੋ ਬਾਈਕ ਦੀ ਇੱਕ ਏਜੰਸੀ ਖੋਲ੍ਹੀ ਜਾਵੇ। ਮੇਰੇ ਨਗਰ ਦੀ ਆਬਾਦੀ 10,000 ਦੇ ਲਗਭਗ ਹੈ। ਕੋਈ ਹੋਰ ਸ਼ਹਿਰ ਜਾਂ ਮੰਡੀ ਇਸ ਕਸਬੇ ਦੇ ਨਜ਼ਦੀਕ ਨਹੀਂ, ਜਿਸ ਕਰਕੇ ਨਵੀਂ ਏਜੰਸੀ ਖੁੱਲ੍ਹਣ ਨਾਲ ਪਹਿਲਾਂ ਸਥਾਪਿਤ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ। ਮੇਰੇ ਕੋਲ ਏਜੰਸੀ ਖੋਲ੍ਹਣ ਲਈ ਮੁੱਖ ਸੜਕ ਤੇ 2 ਕਨਾਲ ਜ਼ਮੀਨ ਹੈ, ਜਿਸ ਦੀ ਰਜਿਸਟਰੀ ਮੇਰੇ ਨਾਂ ਤੇ ਹੈ। ਮੇਰੇ ਕੋਲ ਬਚਤ ਖਾਤੇ ਵਿੱਚ ਏਜੰਸੀ ਖੋਲ੍ਹਣ ਲਈ 10 ਲੱਖ ਰੁਪਏ ਦੇ ਕਰੀਬ ਜਮ੍ਹਾਂ ਰਾਸ਼ੀ ਹੈ। ਮੇਰੀ ਵਿਦਿਅਕ ਯੋਗਤਾ MBA ਮਾਰਕੀਟਿੰਗ ਹੈ, ਜਿਸ ਕਰਕੇ ਗ੍ਰਾਹਕਾਂ ਨਾਲ ਵਿਹਾਰ ਕਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ। ਮੈਨੂੰ ਦੱਸਿਆ ਜਾਵੇ ਕਿ ਏਜੰਸੀ ਦੇਣ ਲਈ ਜਗ੍ਹਾ, ਸਿਕਿਉਰਿਟੀ ਆਦਿ ਲਈ ਕੰਪਨੀ ਦੀ ਕੀ ਸ਼ਰਤਾਂ ਹਨ। ਕਿਰਪਾ ਕਰਕੇ ਛਾਣਬੀਣ ਕਰਨ ਉਪਰੰਤ ਮੈਨੂੰ ਏਜੰਸੀ ਦੇਣ ਦੀ ਮਿਹਰਬਾਨੀ ਕੀਤੀ ਜਾਵੇ। ਮੈਂ ਕੰਪਨੀ ਦੇ ਨਿਯਮਾਂ ਦਾ ਪੂਰਨ ਪਾਬੰਦ ਹੋਵਾਂਗਾ। ਧੰਨਵਾਦ ਸਹਿਤ ਆਪ ਜੀ ਦਾ ਹਿਤੂ ਊੜਾ ਐੜਾ ਈਡੀ। ਤੇ ਦੋਸਤੋ ਇਹ ਤੇ ਹੋ ਗਿਆ ਇੱਕ ਪੱਤਰ, ਪਰ ਅਸੀਂ ਇਸ ਵੀਡੀਓ ਵਿੱਚ ਦੂਜਾ ਪੱਤਰ ਵੀ ਹੱਲ ਕੀਤਾ ਤੇ ਉਹ ਦੇਖਦੇ ਹਾਂ ਕਿ ਕਿਹੜਾ ਪੱਤਰ ਹੈ। ਗੋਇਲ ਕਰਿਆਨਾ ਸਟੋਰ ਗੁਰਦਾਸਪੁਰ ਨੇ ਮੈਸਰਸ ਆਰਗੈਨਿਕ ਫੂਡ ਲਿਮਟਿਡ ਹੁਸ਼ਿਆਰਪੁਰ ਤੋਂ ਕੁਝ ਕਰਿਆਨੇ ਦਾ ਸਮਾਨ ਮੰਗਵਾਇਆ ਸੀ, ਜਿਹੜਾ ਕਿ ਠੀਕ ਠਾਕ ਪਹੁੰਚ ਗਿਆ। ਪੱਤਰ ਲਿਖ ਕੇ ਉਕਤ ਫਰਮ ਦਾ ਧੰਨਵਾਦ ਕਰਨ ਦੇ ਨਾਲ ਨਾਲ ਬਣਦਾ ਭੁਗਤਾਨ ਕਰੋ। ਤੇ ਇਸ ਵਿੱਚ ਸਾਨੂੰ ਇਹ ਵੀ ਦੱਸਿਆ ਗਿਆ ਕਿ ਪੱਤਰ ਕੌਣ ਲਿਖ ਰਿਹਾ ਹੈ। ਗੋਇਲ ਕਰਿਆਨਾ ਸਟੋਰ ਵਾਲੇ ਲਿਖ ਰਹੇ ਨੇ ਤੇ ਕਿਹਨੂੰ ਲਿਖਣਾ ਹੈ? ਆਰਗੈਨਿਕ ਫੂਡ ਲਿਮਟਿਡ ਵਾਲਿਆਂ ਨੂੰ। ਤੇ ਹੁਣ ਪ੍ਰੀਖਿਆ ਭਵਨ ਦੀ ਥਾਂ ਸੱਜੇ ਹੱਥ ਕੀ ਲਿਖਿਆ ਜਾਏਗਾ ਐਡਰੈਸ ਦੇ ਰੂਪ ਵਿੱਚ? ਗੋਇਲ ਕਰਿਆਨਾ ਸਟੋਰ, ਨੇੜੇ ਬੱਸ ਅੱਡਾ ਗੁਰਦਾਸਪੁਰ। ਇਸ ਤੋਂ ਬਾਅਦ ਹਵਾਲਾ ਨੰਬਰ ਅਤੇ ਇਸ ਤੋਂ ਬਾਅਦ ਮਿਤੀ, ਤੇ ਉਸ ਤੋਂ ਬਾਅਦ ਮੈਸਰਸ ਆਰਗੈਨਿਕ ਫੂਡ ਲਿਮਟਿਡ, ਫਗਵਾੜਾ ਰੋਡ ਹੁਸ਼ਿਆਰਪੁਰ। ਤੇ ਉਸ ਤੋਂ ਬਾਅਦ ਵਿਸ਼ਾ ਕਰਿਆਨੇ ਦਾ ਸਮਾਨ ਠੀਕ ਢੰਗ ਨਾਲ ਪਹੁੰਚਣ ਲਈ ਧੰਨਵਾਦ ਤੇ ਭੁਗਤਾਨ ਕਰਨ ਬਾਰੇ। ਇਸ ਤੋਂ ਬਾਅਦ ਅਸੀਂ ਲਿਖਣਾ ਸ਼੍ਰੀਮਾਨ ਜੀ, ਅਸੀਂ ਆਪ ਜੀ ਨੂੰ ਮਿਤੀ ਡੈਸ਼ ਨੂੰ ਹਵਾਲਾ ਨੰਬਰ ਡੈਸ਼ ਤਹਿਤ ਕਰਿਆਨੇ ਦਾ ਸਮਾਨ ਮੰਗਵਾਉਣ ਲਈ ਪੱਤਰ ਲਿਖਿਆ ਸੀ। ਆਪ ਜੀ ਦੁਆਰਾ ਸਾਡੇ ਆਰਡਰ ਅਨੁਸਾਰ 4 ਕੁਇੰਟਲ ਗੁੜ, 100 ਲੀਟਰ ਸਰੋਂ ਦਾ ਤੇਲ, 90 ਕਿਲੋਗ੍ਰਾਮ ਹਲਦੀ, 50 ਕਿਲੋਗ੍ਰਾਮ ਪੀਸੀ ਹੋਈ ਮਿਰਚ, 80 ਕਿਲੋਗ੍ਰਾਮ ਧਨੀਆ, 4 ਕਿਲੋਗ੍ਰਾਮ ਸੌਂਫ, 4 ਕੁਇੰਟਲ ਆਟਾ, 50 ਕਿਲੋਗ੍ਰਾਮ ਧੋਤੀ ਮੂੰਗੀ, 40 ਕਿਲੋਗ੍ਰਾਮ ਕਾਲੇ ਛੋਲੇ, 30 ਕਿਲੋਗ੍ਰਾਮ ਰਾਜਮਾ, 35 ਕਿਲੋਗ੍ਰਾਮ ਸ਼ੁੱਧ ਦੇਸੀ ਘਿਓ, 25 ਕਿਲੋਗ੍ਰਾਮ ਮਿਕਸ ਅਚਾਰ, 10 ਕਿਲੋਗ੍ਰਾਮ ਓਲੇ ਦਾ ਮੁਰੱਬਾ ਅਤੇ 30 ਕਿਲੋਗ੍ਰਾਮ ਵੇਸਣ ਠੀਕ ਢੰਗ ਨਾਲ ਪਹੁੰਚ ਗਿਆ। ਇਸ ਪੱਤਰ ਦੇ ਨਾਲ ਆਪ ਜੀ ਨੂੰ ਬਣਦਾ ਭੁਗਤਾਨ ਬੈਂਕ ਡਰਾਫਟ ਰਾਹੀਂ ਕਰ ਰਹੇ ਹਾਂ। ਆਪ ਜੀ ਦੁਆਰਾ ਭੇਜੇ ਗਏ ਉਤਪਾਦ ਵਜਨ ਬਿਲਕੁਲ ਠੀਕ ਹਨ। ਸ਼ੁੱਧਤਾ ਕਰਕੇ ਖਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਪ ਜੀ ਦਾ ਆਰਡਰ ਅਨੁਸਾਰ ਠੀਕ ਸਮੇਂ ਉਤਪਾਦ ਭੇਜਣ ਲਈ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਪ ਜੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੋਗੇ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ
ਤੇ ਉਸ ਤੋਂ ਬਾਅਦ ਭੇਜਣ ਵਾਲੇ ਦਾ ਨਾਂ ਅਸ਼ੋਕ ਗੋਇਲ। ਤੇ ਦੋਸਤੋ ਇਸ ਤੋਂ ਬਾਅਦ ਹੈ ਪੈਰਾ ਰਚਨਾ, ਜੋ ਕਿ ਅਸੀਂ 125 ਤੋਂ 150 ਸ਼ਬਦਾਂ ਵਿੱਚ ਪੈਰਾ ਲਿਖਣਾ ਹੈ। ਦੋ ਵਿੱਚੋਂ ਕੋਈ ਵੀ ਇੱਕ ਕਰਨਾ ਤੇ ਇਸ ਦੇ 10 ਅੰਕ ਹੈਗੇ ਹਨ ਤੇ ਆਪਸ਼ਨਸ ਨੇ ਵਾਤਾਵਰਣ ਦੀ ਸੰਭਾਲ ਜਾਂ ਵਕਤ ਦੀ ਪਾਬੰਦੀ। ਤੇ ਅਸੀਂ ਵਾਤਾਵਰਣ ਦੀ ਸੰਭਾਲ ਪੈਰਾ ਲਿਖ ਦਿੱਤਾ ਤੇ ਉਸ ਦੇ ਸਕਰੀਨਸ਼ਾਟਸ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਹੇ ਹਨ ਤੇ ਆਪ ਸਾਰੇ ਇਸ ਪੈਰੇ ਨੂੰ ਬਿਲਕੁਲ ਧਿਆਨ ਨਾਲ ਪੜੋ। ਤੇ ਇਸ ਤੋਂ ਬਾਅਦ ਹੈ ਸੰਖੇਪ ਰਚਨਾ, ਤੇ ਇਸ ਵਿੱਚ ਅਸੀਂ ਰਚਨਾ ਨੂੰ ਸੰਖੇਪ ਕਰਕੇ ਲਿਖਣਾ ਤੇ ਇਸ ਵਿੱਚ ਸਾਨੂੰ ਦੋ ਆਪਸ਼ਨਸ ਦਿੱਤੀਆਂ ਜਾਣਗੀਆਂ ਤਾਂ ਦੋਹਾਂ ਵਿੱਚੋਂ ਕੋਈ ਵੀ ਇੱਕ ਅਸੀਂ ਕਰਨੀ ਹੈ ਸੰਖੇਪ ਰਚਨਾ। ਤੇ ਸੰਖੇਪ ਰਚਨਾ ਦੀ ਵੈਸੇ ਅਸੀਂ ਡੈਡੀਕੇਟਿਡ ਵੀਡੀਓ ਵੀ ਬਣਾਈ ਗਈ ਹੈ ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਮੈਂ ਆਪ ਸਾਰਿਆਂ ਨੂੰ ਇਸੇ ਵੀਡੀਓ ਵਿੱਚ ਥੋੜੇ ਜਿਹੇ ਟਿਪਸ ਦੇ ਦਿੰਦਾ ਹਾਂ। ਜਿਹੜੀ ਸੰਖੇਪ ਰਚਨਾ 1/3 ਸ਼ਬਦਾਂ ਵਿੱਚ ਹੋਣੀ ਚਾਹੀਦੀ ਹੈ, ਜ਼ਿਆਦਾ ਸ਼ਬਦਾਂ ਦਾ ਡਿਫਰੈਂਸ ਨਹੀਂ ਹੋਣਾ ਚਾਹੀਦਾ। ਤੇ ਜਿਹੜਾ ਵਧੀਆ ਸਿਰਲੇਖ ਹੈ ਉਹ 2 ਤੋਂ 4 ਸ਼ਬਦਾਂ ਦੇ ਵਿਚਕਾਰ ਹੋਣਾ ਚਾਹੀਦਾ ਤੇ ਕੋਈ ਵੀ ਜ਼ਰੂਰੀ ਗੱਲ ਹੈ ਉਹ ਮਿਸ ਨਹੀਂ ਕਰਨੀ। ਤੇ ਉਦਾਹਰਨਾਂ, ਐਗਜ਼ਾਮਪਲਸ ਅਤੇ ਦੁਹਰਾ ਰੈਪੀਟੀਸ਼ਨ ਹੈ ਤੇ ਉਹਨਾਂ ਨੂੰ ਤੁਸੀਂ ਲੀਵ ਆਊਟ ਕਰ ਸਕਦੇ ਹੋ ਸੰਖੇਪ ਰਚਨਾ ਦੇ ਵਿੱਚ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜ਼ਿਆਦਾ ਡਿਟੇਲਸ ਦੇ ਲਈ ਸਾਡੀ ਸੰਖੇਪ ਰਚਨਾ ਵਾਲੀ ਵੀਡੀਓ ਨੂੰ ਜ਼ਰੂਰ ਦੇਖੋ। ਇਸ ਤੋਂ ਬਾਅਦ ਪਾਠ ਪੁਸਤਕਾਂ ਵਿੱਚੋਂ ਪ੍ਰਸ਼ਨ। ਸਭ ਤੋਂ ਪਹਿਲਾਂ ਹੈ ਚੁੰਮ-ਚੁੰਮ ਕਵਿਤਾ ਵਿੱਚ ਕਵੀ ਕੀ ਦੱਸਦਾ ਹੈ। ਤੇ ਇਸ ਵਿੱਚ ਅਸੀਂ ਲਿਖਣਾ ਚੁੰਮ-ਚੁੰਮ ਕਵਿਤਾ ਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਜਦੋਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਲੜਨ ਲਈ ਜਾਂਦੇ ਹਨ ਤਾਂ ਉਹਨਾਂ ਦੀ ਉਡੀਕ ਕਰ ਰਹੇ ਮਾਤਾ ਗੁਜਰੀ ਜੀ ਦੇ ਮਨ ਦੇ ਭਾਵ ਅਤੇ ਵਲਵਲੇ ਬਿਆਨ ਕੀਤੇ ਗਏ ਹਨ। ਮਾਤਾ ਜੀ ਵੱਡੇ ਸਾਹਿਬਜ਼ਾਦਿਆਂ ਦੀ ਯੁੱਧ ਉਪਰੰਤ ਵਾਪਸੀ ਦੀ ਉਡੀਕ ਕਰ ਰਹੇ ਸਨ, ਪਰ ਵੱਡੇ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਚੁੰਮ-ਚੁੰਮ ਰੱਖੋ ਕਵਿਤਾ ਵਿੱਚ ਜੋੜੀਆਂ ਮੈਂ ਤੋਰੀਆਂ ਤੋਂ ਕੀ ਭਾਵ ਹੈ। ਇਸ ਦਾ ਭਾਵ ਹੈ ਕਿ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਨੇ ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ ਹੈ। ਮੇਰਾ ਬਚਪਨ ਕਵਿਤਾ ਵਿੱਚ ਕਵੀ ਦੀ ਮਾਂ ਦੇ ਨੈਣ ਕਿਉਂ ਭਰੇ ਭਰੇ ਸਨ। ਮੇਰਾ ਬਚਪਨ ਕਵਿਤਾ ਵਿੱਚ ਕਵੀ ਦੀ ਮਾਂ ਦੇ ਨੈਣ ਭਰੇ ਭਰੇ ਸਨ ਕਿਉਂਕਿ ਕਵੀ ਦੇ ਪਿਤਾ ਦੀ ਮੌਤ ਹੋ ਗਈ ਸੀ। ਕਵੀ ਕਿਉਂ ਕਹਿੰਦਾ ਹੈ ਕਿ ਸਾਡੇ ਵੇੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ। ਅਤੇ ਇਸ ਦਾ ਉੱਤਰ ਹੈ ਬੱਚਿਆਂ ਨੂੰ ਕਹਾਣੀਆਂ ਖੁਸ਼ੀ ਦੇ ਮਾਹੌਲ ਵਿੱਚ ਸੁਣਾਈਆਂ ਜਾਂਦੀਆਂ ਹਨ, ਪਰ ਕਵੀ ਦੇ ਘਰ ਦਾ ਵਾਤਾਵਰਣ ਸੋਗੀ ਸੀ। ਇਸ ਕਰਕੇ ਕਵੀ ਦੀ ਮਾਂ ਨੇ ਕਵੀ ਨੂੰ ਕਦੇ ਰਾਜਾ ਰਾਣੀ ਦੀ ਕਹਾਣੀ ਨਹੀਂ ਸੁਣਾਈ। ਇਸ ਕਰਕੇ ਕਵੀ ਨੇ ਕਿਹਾ ਕਿ ਸਾਡੇ ਵੇੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ। ਤੇ ਦੋਸਤੋ ਹੁਣ ਅਸੀਂ ਕਰਾਂਗੇ ਕਹਾਣੀ ਵਿੱਚੋਂ ਪ੍ਰਸ਼ਨ। ਰਿਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ। ਤੇ ਦੋ ਵਿੱਚੋਂ ਕੋਈ ਵੀ ਇੱਕ ਪ੍ਰਸ਼ਨ ਕਰਨਾ ਸੀ, ਪਰ ਦੋਨੇ ਹੀ ਹੱਲ ਕੀਤੇ ਹੋਏ ਨੇ ਇਸ ਵੀਡੀਓ ਵਿੱਚ। ਰਿਕਸ਼ੇ ਵਾਲੇ ਦੇ ਪਿੱਠ ਕੁੱਬੀ ਹੋਈ ਪਈ ਸੀ ਅਤੇ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਪੈੜੀ ਜਿਹੀ ਬੁਸ਼ਰਟ ਤੇ ਹੋਰ ਰੰਗ ਦੀ ਟਾਕੀ ਲੱਗੀ ਹੋਈ ਸੀ। ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਰਿਕਸ਼ੇ ਵਾਲੇ ਨਾਲ ਕਿਸੇ ਦੂਸਰੇ ਰਿਕਸ਼ੇ ਵਾਲੇ ਨੂੰ ਗੱਲ ਕਰਦਿਆਂ ਵੇਖ ਕੇ ਲੇਖਕ ਨੇ ਕੀ ਮਹਿਸੂਸ ਕੀਤਾ। ਲੇਖਕ ਨੂੰ ਲੱਗਾ ਕਿ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੈ। ਇਹਨਾਂ ਵਿੱਚ ਬਹੁਤ ਏਕਤਾ ਹੈ। ਝਗੜਾ ਹੋਣ ਤੇ ਸਾਰੇ ਚੰਬੜ ਜਾਂਦੇ ਹਨ, ਪਰ ਦੂਜੇ ਮੁਸਾਫਰ ਵੇਖ ਕੇ ਲੰਘ ਜਾਂਦੇ ਹਨ। ਤੇ ਹੁਣ ਅਸੀਂ ਕਰਾਂਗੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਿੱਚੋਂ ਪ੍ਰਸ਼ਨ, ਜਿਸ ਵਿੱਚ ਸਾਨੂੰ 4 ਦਿੱਤੇ ਗਏ ਹਨ। ਅਸੀਂ ਕੋਈ ਵੀ 2 ਹੱਲ ਕਰਨੇ ਹਨ। ਤੇ ਸਭ ਤੋਂ ਪਹਿਲਾ ਹੈ ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜ਼ਾਂ ਦਾ ਕੀ ਮਹੱਤਵ ਹੈ। ਅਤੇ ਇਸ ਦਾ ਉੱਤਰ ਹੈ ਰਸਮ ਰਿਵਾਜ਼ ਰੋਹ ਰੀਤਾਂ ਤੇ ਸੰਸਾਰਕ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ ਸਦਰਾਂ ਅਤੇ ਜਜ਼ਬਿਆਂ ਦੀ ਤਰਜਮਾਈ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ ਮਰਨ ਤੇ ਵਿਆਹ ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਜੀਵਨ ਨਾਟਕ ਦੀਆਂ ਇਹਨਾਂ 3 ਝਾਕੀਆਂ ਦੇ ਰੰਗਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ। ਦੂਜਾ ਪ੍ਰਸ਼ਨ ਹੈ ਪੰਜਾਬ ਦੇ ਰਸਮ ਰਿਵਾਜ਼ਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੀ ਭਿੰਨਤਾ ਹੈ। ਇਸ ਦਾ ਉੱਤਰ ਹੈ ਪੰਜਾਬ ਦੇ ਰਸਮ ਰਿਵਾਜ਼ਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੁਝ ਭਿੰਨਤਾ ਦੇਖੀ ਜਾ ਸਕਦੀ ਹੈ। ਉਦਾਹਰਣ ਲਈ ਜਿੱਥੇ ਹਿੰਦੂਆਂ ਵਿੱਚ ਜਨੇਊ ਅਤੇ ਸਿੱਖਾਂ ਵਿੱਚ ਅੰਮ੍ਰਿਤਪਾਨ ਦੀ ਰਸਮ ਹੁੰਦੀ ਹੈ, ਉੱਥੇ ਮੁਸਲਮਾਨਾਂ ਵਿੱਚ ਸੁੰਨਤ ਦੀ ਰਸਮ ਕੀਤੀ ਜਾਂਦੀ ਹੈ। ਹਿੰਦੂਆਂ ਵਿੱਚ ਵਿਆਹ ਸਮੇਂ ਫੇਰੇ ਹੁੰਦੇ ਹਨ, ਜਦ ਕਿ ਸਿੱਖ ਭਾਈਚਾਰੇ ਵਿੱਚ ਆਨੰਦ ਕਾਰਜ ਦੀ ਰੀਤ ਹੈ। ਅਗਲਾ ਪ੍ਰਸ਼ਨ ਹੈ ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਇਸ ਦਾ ਉੱਤਰ ਹੈ ਖੇਡਾਂ ਮਨੁੱਖ ਨੂੰ ਅਕਹਿ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ,
ਜਿਸ ਨਾਲ ਮਨੁੱਖ ਦਾ ਮਨੋਬਲ ਵੱਧਦਾ ਹੈ। ਖੇਡਾਂ ਨਾਲ ਜ਼ਿੰਦਗੀ ਦੀ ਦੌੜ ਵਿੱਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ। ਖੇਡਾਂ ਹਾਰਨ ਦੀ ਸੂਰਤ ਵਿੱਚ ਹਾਰ ਨੂੰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ ਖਿਡਾਰੀਆਂ ਨੂੰ ਕਿਵੇਂ ਨਿਵਾਜਦੇ ਸਨ? ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਦੇ ਸਨ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਨ। ਲੋਕ ਖਿਡਾਰੀ ਅਤੇ ਪਹਿਲਵਾਨ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਇਸ ਤਰ੍ਹਾਂ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਦੇ ਲੋਕ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਨਵਾਜ਼ਿਆ ਜਾਂਦਾ ਸੀ।